वाहिगुरु जी का खालसा वाहिगुरु जी की फतेह। गुरु रूप गुरु प्यारी गुरु सवारी साध संगत जीओ, अज दी जिहड़ी विचार है वो कल मैं अधूरी छड्डी सी क्योंकि वीडियो लंबी हो गई सी ते ओदा लिंक मैं इहदे विच इस वाली वीडियो विच दवांगा। ओदा लिंक जे वैसे तुसी सर्च करना होवे ते उहदे विच लिखना पैना है खालसा कौन है, अते पार्ट 1 वो है। अज मैं पार्ट 2 वाला वीडियो पाण लग्या। जदों तक पहला पार्ट तुसी नहीं सुनोगे ये गल समझ नहीं आनी। सो खैर मैं उस पार्ट विच मैं संक्षेप विच दसदा कि उस पार्ट दे विच जिहड़ी गल कीती है पार्ट 1 विच, उस दे विच की है। एक तां ਜਿਹੜੀਆਂ ਚੀਜ਼ਾਂ ਸਾਡੇ ਗੁਰੂਆਂ ਨੇ ਪਹਿਲਾਂ ਹੀ ਖੋਜ ਕਰਕੇ ਲਿਖਤੀਆਂ, ਮੈਂ 2-3 ਚੀਜ਼ਾਂ ਦਾ ਹਵਾਲਾ ਦਿੱਤਾ ਹੈ। ਤੇ ਦੂਜਾ ਸਿੱਖਾਂ ਦੇ ਵਿੱਚ ਜਦੋਂ ਮਾਂ ਗਰਭਵਤੀ ਹੁੰਦੀ ਹੈ ਉਸ ਦੇ ਬਾਰੇ ਗੱਲ ਕੀਤੀ ਹੈ। ਤੇ ਮੈਂ ਯਹੂਦੀਆਂ ਦੀ ਗੱਲ ਕੀਤੀ ਸੀ, ਉਹਨਾਂ ਦੇ ਬੱਚੇ ਇੰਨੇ ਦਿਮਾਗ ਵਾਲੇ ਕਿਉਂ ਨੇ, ਵੱਡੇ ਵੱਡੇ ਅਹੁਦਿਆਂ 'ਤੇ ਨੇ, ਸਾਰੇ ਸੰਸਾਰ ਨੂੰ ਕੰਟਰੋਲ ਕਰਦੇ ਨੇ, ਤਾਦਾਦ ਵੀ ਉਹਨਾਂ ਦੀ ਬਹੁਤ ਘੱਟ ਹੈ, ਸਾਇੰਟਿਸਟ ਸਭ ਤੋਂ ਜ਼ਿਆਦਾ ਯਹੂਦੀ ਨੇ। ਤੇ ਮੈਂ ਇਸ ਕਰਕੇ ਗੱਲ ਕੀਤੀ ਸੀ ਕਿ ਜਦੋਂ ਮਾਂ ਦੇ ਗਰਭ ਵਿੱਚ ਯਹੂਦੀਆਂ ਦੇ ਵਿੱਚ ਬੱਚਾ ਹੁੰਦਾ ਹੈ ਨਾ, ਮਾਂ ਦੇ ਗਰਭ ਵਿੱਚ ਉਸ ਨੂੰ ਬਾਕਾਇਦਾ ਇੱਕ ਚਾਰਟ ਦਿੱਤਾ ਜਾਂਦਾ ਹੈ, ਇਹ ਡਾਈਟ ਤੂੰ ਲੈਣੀ ਹੈ, ਇੰਨੀ ਇਹ ਡਾਈਟ ਲੈਣੀ ਜਿਹਦੇ ਨਾਲ ਆਇਰਨ ਮਿਲਣਾ ਚਾਹੀਦਾ ਹੈ, ਇੰਨੀ ਲੈਣੀ ਹੈ ਇਹਦੇ ਨਾਲ ਕੈਲਸ਼ੀਅਮ ਮਿਲਣਾ ਹੈ, ਇੰਨੇ ਵਜੇ ਤੋਂ 2 ਵਜੇ ਤੋਂ 3 ਵਜੇ ਤੱਕ ਤੂੰ ਧਾਰਮਿਕ ਪੁਸਤਕਾਂ ਪੜ੍ਹਨੀਆਂ ਨੇ, 3 ਤੋਂ 4 ਵਜੇ ਤੱਕ ਜਿਹੜੇ ਗਣਿਤ ਦੇ ਔਖੇ ਸਵਾਲ ਨੇ ਉਹਨਾਂ ਨੂੰ ਦਿਮਾਗ ਦੇ ਨਾਲ ਸੋਲਵ ਕਰਨਾ ਹੈ। ਤੇ ਉਹ ਕੁਆਲਿਟੀਆਂ ਜਿਹੜੀਆਂ ਬੱਚੇ ਵਿੱਚ ਆਉਂਦੀਆਂ ਨੇ ਕਿਉਂਕਿ ਬੱਚਾ ਅੰਦਰੋਂ ਹੀ ਸਿੱਖਣਾ ਸ਼ੁਰੂ ਕਰਦਾ ਹੈ। ਇਸ ਦਾ ਮੈਂ ਉਦਾਹਰਣ ਦੇਵਾਂ ਕਿ ਜਦੋਂ ਅਭਿਮਨਿਊ ਨੇ ਚੱਕਰਵਿਊਹ ਤੋੜਿਆ ਸੀ ਤੇ ਉਹਨੂੰ ਪੁੱਛਿਆ ਗਿਆ ਸੀ ਕਿ ਇਹ ਕਲਾ ਤੂੰ ਸਿੱਖੀ ਕਦੋਂ ਤੇ ਕਿੱਥੇ ਸਿੱਖੀ, ਕਿਹਦੇ ਕੋਲੋਂ ਸਿੱਖੀ। ਉਹ ਕਹਿੰਦੇ ਜਦੋਂ ਮੈਂ ਮੇਰੇ ਮਾਂ ਦੇ ਗਰਭ ਵਿੱਚ ਸੀ ਨਾ ਤਾਂ ਹੀ ਪਿਤਾ ਅਰਜੁਨ ਨੇ ਦੱਸਿਆ ਸੀ ਮੇਰੀ ਮਾਂ ਨੂੰ ਕਿ ਕਿਸ ਤਰ੍ਹਾਂ ਚੱਕਰਵਿਊਹ ਤੋੜ ਕੇ ਬਾਹਰ ਨਿਕਲਦੇ ਨੇ, ਤੇ ਮੈਂ ਮਾਂ ਦੇ ਗਰਭ ਵਿੱਚ ਸਿੱਖ ਗਿਆ ਸੀ। ਤੇ ਸਾਇੰਟਿਸਟਾਂ ਨੇ ਵੀ ਇਹ ਚੀਜ਼ ਨੋਟ ਕੀਤੀ ਹੈ। ਤੇ ਯਹੂਦੀਆਂ ਦੇ ਘਰ ਬੱਚੇ ਨੂੰ ਇਸ ਤਰੀਕੇ ਨਾਲ ਪਾਲਿਆ ਜਾਂਦਾ ਹੈ, ਇੱਕ ਤਾਂ ਉਹਦੇ ਸਾਹਮਣੇ ਕੋਈ ਲੜਾਈ ਨਹੀਂ ਕਰਦਾ, ਆਪਸ ਵਿੱਚ ਬਹਿਸਬਾਜ਼ੀ ਨਹੀਂ ਕਰਦਾ, ਨਸ਼ਾ ਨਹੀਂ ਕਰਦੇ। ਘਰ ਦੇ ਅੰਦਰ ਉਹ ਲੋਕ ਆ ਕੇ ਬੱਚੇ ਨੂੰ ਅਲੱਗ ਸਵਾਉਂਦੇ ਨੇ ਬਚਪਨ ਤੋਂ ਹੀ। ਉਹਨੂੰ ਬਚਪਨ ਤੋਂ ਹੀ ਹਿੰਮਤ ਮਿਲਦੀ ਕਿ ਮੈਂ ਇਕੱਲੇ ਰਹਿ ਕੇ ਆਪਣੀ ਜ਼ਿੰਦਗੀ ਬਤੀਤ ਕਰਨੀ ਹੈ, ਕਿਸੇ 'ਤੇ ਡਿਪੈਂਡ ਨਾ ਹੋਵਾਂ ਜਿੱਦਾਂ ਇੰਡੀਆ ਵਿੱਚ ਹੁੰਦਾ ਹੈ। ਅਤੇ ਇਸ ਕਰਕੇ ਮੈਂ ਉਦਾਹਰਣ ਦਿੱਤੀ ਸੀ। ਅਤੇ ਬਾਕੀ ਦੀ ਵਿਚਾਰ ਮੈਂ ਇਹ ਕਰਨੀ ਚਾਹ ਰਿਹਾ ਕਿ ਵੱਡੇ ਵੱਡੇ ਜਦੋਂ ਸਾਇੰਟਿਸਟਾਂ ਨੇ ਖੋਜ ਕੀਤੀ ਹੈ ਕਿ ਬਹੁਤ ਸਾਰੇ ਪਾਤਾਲ ਨੇ। ਪਹਿਲੇ ਕਹਿੰਦੇ ਸਨ ਇਹੀ ਨੇ, ਕੋਈ 7 ਕਹਿੰਦਾ ਸੀ, ਕੋਈ 9 ਕਹਿੰਦਾ, ਕੋਈ 13 ਕਹਿੰਦਾ ਸੀ, ਲੇਕਿਨ ਹੁਣ ਖੋਜ ਹੋਈ ਹੈ ਕੁਝ ਕੁ ਸਾਲਾਂ ਪਹਿਲਾਂ। ਅਤੇ ਜਿਨ੍ਹਾਂ ਨੇ ਖੋਜ ਕੀਤੀ ਉਹਨਾਂ ਨੂੰ ਨੋਬਲ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਗਿਆ। ਅਤੇ ਫਿਰ ਸਿੱਖਾਂ ਨੇ ਰੌਲਾ ਪਾਇਆ ਕਿ ਇਹ ਗੱਲ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਕਿੰਨਾ ਪਹਿਲਾਂ ਜਪਜੀ ਸਾਹਿਬ ਵਿੱਚ ਕਹਿ ਦਿੱਤੀ, ਪਾਤਾਲਾਂ ਪਾਤਾਲ ਲਖਾ ਆਗਾਸਾਂ ਆਗਾਸ। ਦੂਜਾ ਤੰਬਾਕੂ ਦੀ ਹੁਣ ਖੋਜ ਹੋਈ ਕਿ ਇਹਦੇ ਨਾਲ ਕੈਂਸਰ ਹੁੰਦਾ ਹੈ, ਲੇਕਿਨ ਸਾਡੇ ਪੁਰਾਣੇ ਖਰੜੇ ਅਸੀਂ ਪੜ੍ਹ ਕੇ ਵੇਖ ਲਈਏ, ਰਹਿਤਨਾਮੇ ਵੇਖ ਲਈਏ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੇਲੇ ਦੇ ਉਸੇ ਟਾਈਮ ਕਹਿਤਾ ਸੀ। ਇਸ ਨੂੰ ਜਗਤ ਝੂਠ ਕਿਹਾ ਸੀ ਤੰਬਾਕੂ ਨੂੰ। ਅਤੇ ਜਦੋਂ ਜਿਹਨੇ ਰਿਸਰਚ ਕੀਤੀ ਕਿ ਇਹਦੇ ਨਾਲ ਕੈਂਸਰ ਹੁੰਦਾ ਹੈ ਉਹਨੂੰ ਵੀ ਨੋਬਲ ਪੁਰਸਕਾਰ ਮਿਲ ਰਿਹਾ। ਬਾਅਦ ਵਿੱਚ ਅਸੀਂ ਰੌਲਾ ਪਾ ਰਹੇ ਹਾਂ। ਰੌਲਾ ਕਾਹਦਾ ਪਾ ਰਹੇ ਹਾਂ ਅਸੀਂ ਕਿ ਇਹ ਚੀਜ਼ਾਂ 'ਤੇ ਸਿੱਖਾਂ ਨੇ ਸਾਰਾ ਕੁਛ ਕੀਤਾ ਹੈ, ਲੇਕਿਨ ਹੋਇਆ ਕਿ ਸਾਨੂੰ ਨਾ ਟਾਈਮ ਨਾਲ ਦੱਸਣਾ ਨਹੀਂ ਆਉਂਦਾ। ਜਦੋਂ ਕੰਮ ਹੋ ਜਾਂਦਾ ਹੈ ਉਸ ਤੋਂ ਬਾਅਦ ਅਸੀਂ ਸਿੱਖ ਰੌਲਾ ਪਾ ਦਿੰਦੇ ਹਾਂ ਕਿ ਇਹ ਗੁਰੂ ਨੇ ਸਾਡੇ, ਕਿਉਂ ਅਸੀਂ ਇੰਨਾ ਡਰਦੇ ਹਾਂ। ਸਾਡਾ ਗੁਰੂ ਸਭ ਤੋਂ ਸਮਰੱਥ ਹੈ, ਅਸੀਂ ਕਿਉਂ ਨਹੀਂ ਸੀਨਾ ਠੋਕ ਕੇ ਕਹਿ ਸਕਦੇ ਕਿ ਨਹੀਂ। ਵਿਗਿਆਨਿਕਾਂ ਦੀ ਖੋਜ ਕਰਨ ਤੋਂ ਪਹਿਲਾਂ ਸਾਡੇ ਕੋਲ ਇਹ ਪ੍ਰੂਫ ਸੀ ਕਿ ਪਾਤਾਲਾ ਪਾਤਾਲ ਲਖਾ ਆਗਾਸਾਂ ਗਾ, ਅਤੇ ਅਸੀਂ ਪਹਿਲਾਂ ਸ਼ੁਰੂਆਤ ਕਿਉਂ ਨਹੀਂ ਕੀਤੀ। ਕਿੰਨਾ ਪ੍ਰਚਾਰ ਹੁੰਦਾ ਜੇ ਅਸੀਂ ਇਹ ਗੱਲ ਪਹਿਲਾਂ ਕੀਤੀ ਹੁੰਦੀ। ਸਾਇੰਟਿਸਟ ਤੇ ਹੁਣ ਦੱਸਿਆ
ਸਿੱਖੀ ਦਾ ਪੱਧਰ ਕਿੱਥੇ ਹੁੰਦਾ? ਸਾਡਾ ਗੁਰੂ ਹੀ ਗਿਆਨ ਹੈ, ਲੇਕਿਨ ਅਸੀਂ ਸਮਝਦੇ ਨਹੀਂ। ਜਿਹੜੀ ਨੈਗੇਟਿਵ ਵੀਡੀਓ ਨੇ ਉਹ ਅਸੀਂ ਸ਼ੇਅਰ ਕਰਦੇ ਹਾਂ, ਜਿਹੜੀ ਇੱਦਾਂ ਦੀ ਵਿਚਾਰਾਂ ਵਾਲੀ ਹੈ ਨਾ, ਇਹਨਾਂ ਨੂੰ ਅਸੀਂ ਸ਼ੇਅਰ ਕਰਨਾ ਸਹੀ ਨਹੀਂ ਸਮਝਦੇ, ਜਾਂ ਸਾਡੇ ਕੋਲ ਟਾਈਮ ਹੀ ਨਹੀਂ ਹੁੰਦਾ ਇਹਨਾਂ ਵਾਸਤੇ। ਇਹੀ ਕਾਰਨ ਹੈ ਅੱਜ ਸਿੱਖ ਆਪਸ ਦੇ ਵਿੱਚ ਉਹਨਾਂ ਦਾ ਮੇਲ ਪਿਆਰ ਨਹੀਂ ਹੋ ਪਾ ਰਿਹਾ, ਭੁਲੇਖਿਆਂ ਵਿੱਚ ਪਏ ਹੋਏ ਨੇ। ਲੇਕਿਨ ਦੂਜੀ ਗੱਲ ਮੈਂ ਕੀਤੀ ਕਿ ਯਹੂਦੀਆਂ ਵਿੱਚ ਜਿਸ ਨੂੰ ਗਰਭਵਤੀ ਬੀਬੀ ਹੁੰਦੀ ਹੈ ਉਸ ਨੂੰ ਕੋਈ ਕੰਮ ਨਹੀਂ ਕਰਨ ਦਿੱਤਾ ਜਾਂਦਾ। ਉਹਨੂੰ ਕਹਿੰਦੇ ਤੂੰ ਰਿਲੈਕਸ ਕਰ ਅਤੇ ਇੰਨੀ ਦੇਰ ਤੂੰ ਪੁਸਤਕਾਂ ਪੜ੍ਹਨੀਆਂ ਨੇ, ਇਹ ਚੀਜ਼ ਖਾਣੀ ਹੈ, ਇਹ ਨਹੀਂ ਖਾਣੀ, ਇਹ ਸਾਰੀ ਚੀਜ਼ਾਂ ਉਹਨੂੰ ਜ਼ਿਆਦਾ ਤੋਂ ਜ਼ਿਆਦਾ ਆਰਾਮ ਕਰਵਾਇਆ ਜਾਂਦਾ ਹੈ। ਅਤੇ ਜੇ ਮੈਂ ਆਪਣੇ ਸਿੱਖਾਂ ਦੇ ਵਿੱਚ ਵੀ ਗੱਲ ਕਰਾਂ, ਇੱਥੇ ਜੇ ਮਾਂ ਗਰਭਵਤੀ ਹੁੰਦੀ ਹੈ, ਪਹਿਲੀ ਗੱਲ ਤਾਂ ਉਹਨੇ ਦਿਮਾਗ ਦੇ ਵਿੱਚ ਇਹ ਪਾ ਦਿੱਤਾ ਜਾਂਦਾ ਹੈ ਕਿ ਤੂੰ ਨਾ ਮੁੰਡਾ ਹੀ ਪੈਦਾ ਕਰਨਾ ਹੈ, ਕੁੜੀ ਪੈਦਾ ਨਹੀਂ ਕਰਨੀ। ਉਹ ਇੱਕ ਤਾਂ ਗਰਭਵਤੀ ਹੈ, ਉਸ ਤੋਂ ਬਾਅਦ ਉਹਦੇ ਦਿਮਾਗ 'ਤੇ ਇੱਕ ਟੈਨਸ਼ਨ ਪਾਤੀ ਕਿ ਤੂੰ ਮੁੰਡੇ ਨੂੰ ਹੀ ਜਨਮ ਦੇਣਾ ਹੈ, ਜਦੋਂ ਕਿ ਇਹ ਪਰਮਾਤਮਾ ਦੇ ਹੱਥ ਵਿੱਚ ਹੈ। ਸੱਸ ਸਹੁਰੇ ਹੋਰ ਸਾਰੇ ਇਹੀ ਆਸ ਲਾ ਕੇ ਕਿ ਕੁੜੀ ਨਾ ਪੈਦਾ ਕਰ ਦੇਂ, ਕਿਤੇ ਦਾਜ ਨਾ ਦੇਣਾ ਪੈ ਜੇ। ਅਰੇ ਇਹ ਤਾਂ ਪਰਮਾਤਮਾ ਦੇ ਹੱਥ ਵਿੱਚ ਹੈ, ਤੁਸੀਂ ਉਹਦੇ 'ਤੇ ਕਿਉਂ ਪ੍ਰੈਸ਼ਰ ਪਾ ਰਹੇ ਹੋ ਅਗਲੀ 'ਤੇ? ਅਤੇ ਜੇ ਬੱਚਾ ਨਹੀਂ ਹੁੰਦਾ ਤਾਂ ਵੀ ਜਨਾਨੀ 'ਤੇ ਹੀ ਸਾਰੀ ਚੀਜ਼ਾਂ ਕਿ ਤੇਰੇ ਵਿੱਚ ਕੋਈ ਖਰਾਬੀ ਹੋਵੇਗੀ ਤਾਂ ਕਰਕੇ ਬੱਚਾ ਨਹੀਂ ਹੋ ਰਿਹਾ। ਅਤੇ ਇਹ ਜਿਹੜੀ ਟੈਨਸ਼ਨਾਂ ਨੇ, ਅਤੇ ਦੂਜਾ ਉਹਦੇ ਸਾਹਮਣੇ ਹੀ ਨਸ਼ੇ ਪੱਤੇ ਕਰ ਰਹੇ ਨੇ, ਸ਼ਰਾਬਾਂ ਪੀ ਰਹੇ ਨੇ, ਪਾਰਟੀਆਂ ਕਰ ਰਹੇ ਨੇ, ਲੜਾਈਆਂ ਨਾਲ ਬਹਿਸਬਾਜ਼ੀ ਹੋ ਰਹੀ ਹੈ ਸ਼ਰਾਬ ਪੀ ਕੇ ਘਰਾਂ ਦੇ ਵਿੱਚ। ਅਤੇ ਉਹ ਜਿਹੜਾ ਬੱਚਾ ਗਰਭ ਦੇ ਵਿੱਚ ਹੈ ਨਾ, ਉਹ ਤਾਂ ਹੀ ਇਹ ਸਾਰਾ ਕੁਛ ਸਿੱਖ ਲੈਂਦਾ ਹੈ। ਅਤੇ ਵੱਡੇ ਹੋ ਕੇ 90% ਬੰਦਾ ਬੱਚਾ ਉਹੀ ਕੰਮ ਕਰਦਾ ਹੈ ਜਿਹੜੇ ਉਹਨੇ ਗਰਭ ਦੇ ਵਿੱਚ ਸੁਣੇ ਹੋਏ ਸੀ, ਅਤੇ ਜਦੋਂ ਪੈਦਾ ਹੋਣ ਤੋਂ ਬਾਅਦ ਉਹ ਵੱਡਾ ਹੋ ਰਿਹਾ ਸੀ। ਹੁਣ ਮੈਂ ਇੱਕ ਯਹੂਦੀ ਦੀ ਗੱਲ ਵੀ ਕੀਤੀ ਸੀ ਕਿ ਮੈਂ ਯਹੂਦੀ ਨੂੰ ਬੱਚਿਆਂ ਦੇ ਨਾਲ ਇੱਕ ਵਾਰੀ ਵਿਚਾਰ ਹੋ ਰਹੀ ਸੀ। ਮੈਂ ਕਿਹਾ ਉਹ ਯਹੂਦੀ ਕਿਤਾਬ ਪੜ੍ਹ ਰਿਹਾ ਸੀ ਅਤੇ ਉਹਨੇ ਰੱਖੀ ਕਿਤਾਬ, ਅਤੇ ਬੱਚਾ ਛੋਟਾ ਜਿਹਾ ਸੀ, ਸ਼ਾਇਦ 2 ਜਾਂ 3 ਸਾਲ ਦਾ, ਅਤੇ ਉਹ ਭੱਜ ਕੇ ਗਿਆ ਅਤੇ ਉਸਨੇ ਨਾ ਕਿਤਾਬ ਫੜਨ ਲੱਗਾ। ਅਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਸਰ ਇਹ ਜਿਹੜੀ ਤੁਹਾਡੀ ਕਿਤਾਬ ਹੈ ਇਸ ਨੂੰ ਪਾੜ ਦੇਣਾ ਇਹਨੇ, ਇਹਦੇ ਕੋਲ ਲੈ ਲਓ, ਬੱਚਾ ਹੈ। ਉਹ ਕਹਿੰਦਾ ਨਹੀਂ ਤੁਸੀਂ ਦੇਖਦੇ ਰਹੋ, ਇਹਨੇ ਪਾੜਨਾ ਨਹੀਂ। ਅਤੇ ਮੈਂ ਵੇਖ ਕੇ ਹੈਰਾਨ ਸੀ, ਬੱਚੇ ਨੇ ਕਿਤਾਬ ਚੁੱਕੀ, ਇਹ ਸਿਰ ਦੇ ਨਾਲ ਲਾ ਕੇ ਨਾ ਉੱਤੇ ਜਾ ਕੇ ਰੱਖ ਦਿੱਤੀ ਸਤਿਕਾਰ ਦੇ ਨਾਲ। ਮੈਂ ਹੈਰਾਨ ਹੋਇਆ ਕਿ ਜੇ ਇਹ ਹਾਲ ਬੱਚਿਆਂ ਦਾ ਸਾਡੇ ਘਰ ਵਿੱਚ ਹੁੰਦਾ ਬੱਚਾ, ਅਤੇ ਕੋਈ ਕਿਤਾਬ ਦੇ ਦੇਣੀ ਸੀ ਨਾ, ਹੁਣ ਤੱਕ ਉਹਨੇ ਖਿਲਾਰ ਦੇਣੀ ਸੀ। ਅਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਇਹ ਕਿੱਦਾਂ ਹੋ ਗਿਆ? ਕਹਿੰਦਾ ਅਸੀਂ ਇਹਦੇ ਸਾਹਮਣੇ ਕਦੇ ਵਰਕਾ ਪਾੜਿਆ ਹੀ ਨਹੀਂ, ਤੈਨੂੰ ਇਹਦੇ ਦਿਮਾਗ ਵਿੱਚ ਹੈ ਹੀ ਨਹੀਂ, ਇਹਨੂੰ ਪਤਾ ਹੀ ਨਹੀਂ ਹੈ ਕਿ ਕਿਤਾਬ ਕਿੱਦਾਂ ਪਾੜੀ ਦੀ ਹੈ। ਅਸੀਂ ਇਹਦੇ ਸਾਹਮਣੇ ਕਿਤਾਬ ਨੂੰ ਪੜ੍ਹ ਕੇ ਮੱਥਾ ਟੇਕਦੇ ਹਾਂ, ਇਹ ਵੀ ਉਹਦਾ ਸਤਿਕਾਰ ਕਰਦਾ ਹੈ, ਅੱਗੇ ਜਾ ਕੇ ਇਹ ਵੀ ਇੱਦਾਂ ਹੀ ਕਰੇਗਾ। ਕਹਿੰਦੇ ਕਦੇ ਦੇਖਿਆ ਤੁਸੀਂ ਬੱਚਾ ਬੈੱਡ ਸ਼ੀਟਾਂ ਪਾੜ ਰਿਹਾ ਹੋਵੇ, ਕੋਈ ਚੀਜ਼ਾਂ ਚੁੱਕ ਕੇ ਘਰ ਤੋਂ ਬਾਹਰ ਸੁੱਟ ਰਿਹਾ ਹੋਵੇ, ਤੋੜ ਫੋੜ ਕਰ ਰਿਹਾ ਹੋਵੇ? ਨਹੀਂ ਕਰਦਾ ਨਾ। ਫਿਰ ਉਹ ਕਹਿੰਦੇ ਕਾਗਜ਼ ਕਿੱਦਾਂ ਪਾੜ ਕੇ ਖਿਲਾਰ ਦਿੰਦਾ ਹੈ, ਕਿਉਂਕਿ ਬੱਚਾ ਉਹੀ ਚੀਜ਼ਾਂ ਕਰਦਾ ਹੈ ਜੋ ਮਾਂ ਪਿਓ ਨੂੰ ਦੇਖਦਾ ਹੈ, ਜਾਂ ਢਿੱਡ ਵਿੱਚ ਜਦੋਂ ਹੁੰਦਾ ਹੈ ਤਾਂ ਜਿਹੜੀ ਚੀਜ਼ਾਂ ਸਿੱਖਦਾ ਹੈ। ਅਤੇ ਬੱਚਾ ਨਾ ਹੋਵੇ ਤਾਂ ਵੀ ਅਸੀਂ ਇੰਡੀਆ ਦੇ ਵਿੱਚ ਔਰਤ ਦੇ ਉੱਤੇ ਪ੍ਰੈਸ਼ਰ ਪਾਉਂਦੇ ਹਾਂ। ਪਹਿਲਾਂ ਕੀ ਕਰਦੇ ਹਾਂ, ਡਾਕਟਰੀ ਇਲਾਜ ਕਰਾਉਂਦੇ ਹਾਂ, ਡਾਕਟਰੀ ਇਲਾਜ ਨਹੀਂ ਹੁੰਦਾ ਜੇ ਬੱਚਾ ਨਾ ਹੋ ਰਿਹਾ ਹੋਵੇ, ਅਤੇ ਉਸ ਤੋਂ ਬਾਅਦ ਅਸੀਂ ਸਿੱਧੇ ਭੱਜਦੇ ਹਾਂ ਬਾਬਾ ਜੀ ਕੋਲ, ਧਾਗੇ ਤਵੀਤ ਪਤਾ ਨਹੀਂ ਕੀ ਕੁਛ ਕਰ ਲੈਂਦੇ ਹਾਂ। ਅੱਛਾ, ਹੁਣ ਵੇਖੋ, ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸਮਰੱਥ ਸਨ, ਇਹਦੇ ਵਿੱਚ ਕੋਈ ਦੋ ਹੀ ਰਾਏ ਨਹੀਂ। ਹੁਣ ਭੈਣ ਨਾਨਕੀ ਨੂੰ ਕੋਈ ਔਲਾਦ ਨਹੀਂ ਸੀ ਕਿ ਭੈਣ ਨਾਨਕੀ ਕਹਿ ਨਹੀਂ ਸਕਦੀ ਸੀ ਕਿ ਵੀਰੇ ਤੂੰ ਇੰਨਾ ਵੱਡਾ ਪੈਗੰਬਰ ਹੈ ਅਤੇ ਕਿਰਪਾ ਕਰ ਮੇਰੇ ਝੋਲੀ ਵਿੱਚ ਵੀ ਬੱਚੇ ਦੀ ਦਾਤ ਪਾ। ਲੇਕਿਨ ਨਹੀਂ, ਭੈਣ ਨੇ ਹਮੇਸ਼ਾ ਕਿਹਾ ਕਿ ਕੋਈ ਨਹੀਂ, ਪਰਮਾਤਮਾ ਦੀ ਰਜ਼ਾ ਹੈ, ਦੇਗਾ ਤਾਂ ਵੀ ਠੀਕ ਹੈ, ਨਹੀਂ ਦਿੱਤਾ ਤਾਂ ਵੀ ਠੀਕ ਹੈ। ਭਾਈਆ ਜੈ ਰਾਮ ਨੇ ਕਦੇ ਲੜਾਈ ਨਹੀਂ ਕੀਤੀ ਕਿ ਤੈਨੂੰ ਔਲਾਦ ਨਹੀਂ ਹੋ ਰਹੀ। ਲੇਕਿਨ ਅਸੀਂ ਕਿੰਨਾ ਪ੍ਰੈਸ਼ਰ ਪਾਉਂਦੇ ਹਾਂ ਔਰਤ ਦੇ ਉੱਤੇ। ਅਤੇ ਇਸ ਕਰਕੇ ਗੁਰੂ ਸਾਹਿਬ ਜੀ ਨੇ
ਇਹ ਸਾਰੀਆਂ ਚੀਜ਼ਾਂ ਸਾਨੂੰ ਕਲੀਅਰ ਕੀਤੀਆਂ ਨੇ, ਲੇਕਿਨ ਅਸੀਂ ਰੁਮਾਲੇ ਚੜ੍ਹਾਉਣੇ ਤਾਂ ਪਸੰਦ ਕਰਦੇ ਹਾਂ, ਮਾफ़ ਕਰਿਓ, ਲੇਕਿਨ ਰੁਮਾਲਾ ਚੁੱਕ ਕੇ ਬਾਣੀ ਪੜ੍ਹਨਾ ਪਸੰਦ ਨਹੀਂ ਕਰਦੇ। ਜੋ ਪ੍ਰਚਾਰਕ ਜੋ ਮਰਜ਼ੀ ਸਾਖੀਆਂ ਸੁਣਾ ਰਿਹਾ ਹੈ, ਅਸੀਂ ਬਸ ਹਾਂ ਹਾਂ ਕਰੀ ਜਾ ਰਹੇ ਹਾਂ ਕਿ ਹਾਂ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੋਏਗਾ। ਸੋ ਇਸ ਕਰਕੇ ਮੈਂ ਇਹ ਸਮਝਦਾ ਕਿ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ज़्यादा नहीं तो सैंचियाँ घर में रख सकते हाँ। फोन दे विच गुरु ग्रंथ साहब महाराज जी मौजूद ने, असी रोज़ भावें 15 मिनट पढ़ीए, पढ़ के ना एक शब्द पढ़ लीए, उहदा अर्थ कर लीए। इदा करद्या करद्या 2 3 4 साल लग जान, सानू समझ ते आ जाएगी ना, सानू कोई बेवकूफ़ नहीं बना पाएगा बाबा। लेकिन नहीं, गल उत्थे दी उत्थे मुड़ के आती है कि सानू अपने गुरु ते भरोसा ही नहीं है, ताई तो असी बाबियां कोल जांदे आ। ते साध संगत जीओ, मेरी बेनती है कि बच्चों नूं हुणे तो समझाउण दी कोशिश करो। मैं पहलां भी हथ जोड़ के बेनती कीती सी कि गुरुद्वारे इन्ने वड्डे वड्डे असी बना रहे हाँ, संगमरमर ला रहे हाँ, सोने चांदी ला रहे हाँ, ਲੱਖਾਂ रुपये खर्च करके इन्ने खूबसूरत गुरुद्वारे बना रहे हैं। तो मैं नहीं कहना नहीं बनाने चाहिए, बनाने चाहिए ने, लेकिन हुण इस गल नूं समझो। हुण जदों असी गुरुद्वारे विच बैठे हुंदे आ, सवेरे शाम कीर्तन सुन रहे हुंदे आ, बाणी सुन रहे हुंदे आ, ते संगत बैठी हुंदी है, कदे झाती मार के वेखो तुहाडे लागे कोई भी बच्चा नज़र नहीं आउंदा। कोई भी बच्चा तुहाडे नाल बैठा नज़र नहीं आ रहा। तो मेरी हाथ जोड़ के बेनती है कि जदों 20 साल 30 साल 40 साल तो बाद असी इस संसार तो चले जावांगे, तां सोचो गुरुद्वारियां विच बैठेगा कौन? असी तो बच्चों नूं सिखाया ही नहीं कि गुरुद्वारे क्यों जाना है। इस करके मेरी बेनती है कि असी पूरी कोशिश करिए कि अपने बच्चों के दिमाग दे विच हुणे तो ये गल्लां पा दईए। साडा कितना गौरवशाली इतिहास है, वो असी बच्चों नूं सुणाईए, ताकि साडे बच्चे पंथ दे वास्ते उन्हां दे दिल दे विच दर्द होवे। अज बच्चों नूं कहो ना गुरुद्वारे क्यों नहीं आते, कहंदे उत्थे आउण दा फायदा की है, उत्थे भी चुगलियां ते कई संगत विच आके पॉलिटिक्स करते हैं, ये साडी पार्टी हो गई, ये साडी पार्टी, तो कहते फिर यही कुछ बाहर हो रहा, तो फिर उत्थे जाके असीं समा क्यों खराब करिए। सो इस करके मेरी हाथ जोड़ के बेनती है कि एक तो औरत नूं बराबर का दर्जा भी धन धन साहिब श्री गुरु नानक देव महाराज ने सब तो पहला दिता सी, लेकिन कुछ देशों ने हुण जाके औरत नूं बराबरी दिती है, तो उन्हां देशों नूं अवार्ड तक मिले ने, लेकिन उत्थे भी असी दस नहीं पाए कि ये तो बाबा साडा पहला ही कह गया सी औरत नूं बराबरता देण दी। सो मैं बेनती करदा हाँ, अपने सारिਆਂ ਦੀ ਜ਼ਿੰਮੇਵਾਰੀ बनती है कि असी आप गुरु ग्रंथ साहब पढ़ीए तो सीना ठोक के कहिए खोज होने तो पहला ही कि साडे गुरु ने ये चीज़ां पहला ही लिखियां होईयां ने। सो इस करके ते दूजी गल मैं बेनती करदा हाँ कि इस वीडियो नूं ज़्यादा तो ज़्यादा शेयर करो, ताकि ये छोटियां छोटियां चीज़ां जिहड़े आम प्रचारक नहीं दसदे, मैं बेनती करदा हाँ कि ये छोटियां छोटियां चीज़ां दे नाल कोशिश करांगे। मैं कल्ला कुछ नहीं कर सकदा, इहदे विच आप सारिਆਂ ਦਾ साथ ਦੀ लोड़ है। ये भी एक लंगर है, विचार का लंगर लाना, सिक्खी का प्रचार करना सारे सिखां का फर्ज है। असी ये निक्की निक्की गल्लां जिहड़ियां ने पिछले वीडियो में शहीदी के बारे दस्या, दूजा साका की होंदा है इहदे बारे दस्या, तो ये चीज़ां कोई प्रचारक ने तुहानूं अज तक नहीं दसियां होणगीਆਂ। मैं ये नहीं कहता मैं बहुत वड्डा प्रचारक हाँ, जिन्नी क सुमत दिती है, तो बस मेरी यही बेनती इसनूं ज़्यादा तो ज़्यादा शेयर और सबसक्राइब करवाओ, ताकि जे 5 बंदे भी इन्हां गल्लां दे विच कुछ समझ गए, सुधार हो गया, तो साडी सेवा प्रवान हो जानी है। सो इन्नी बेनतियां प्रवान भुला चुका खिमा। वाहिगुरू जी का खालसा, वाहिगुरू जी की फतेह। अते बच्चों नूं ज़्यादा तो ज़्यादा पढ़ा के वड्डे वड्डे अहुदियां ते बिठाइए। असीं
ਠੀਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।